हमारी कज़न की इज्जत लूटने की देवर ने, जेठ ने कोशिश की है। रिजवान नाम है। हम इज्जत लूटने की कोशिश की है। बच्ची हमारी मानी नहीं है। बच्ची मानने के बाद उसने छुरियां चला दी हैं। इज्जत। अस्सलामुअलैकुम जी नाज़रीन, लाहौर ग्रीन टाउन ਦੇ ਵਿੱਚ 27 ਅਪ੍ਰੈਲ ਨੂੰ ਰਾਤ ਨੂੰ 8 ਵਜੇ ਇੱਕ ਜੇਠ ਜਿਹੜਾ ਆ ਘਰ ਆਂਦਾ ਆ, ਉਹਦੀ ਭਾਬੀ ਜਿਹੜੀ ਆ ਕਿਚਨ ਦੇ ਵਿੱਚ ਕੰਮ ਕਰ ਰਹੀ ਹੁੰਦੀ ਆ। ਬਸ ਫਿਰ ਉਹਨੂੰ ਕਿਚਨ ਦੇ ਵਿੱਚੋਂ ਖਿੱਚ ਕੇ ਤੇ ਛੁਰੀ ਦੇ ਨਾਲ ਉਹਦਾ ਗਲਾ ਵੱਢ ਦਿੰਦਾ। ਹਾਲਾਂਕਿ ਉਹਦੇ ਦੋ ਮਾਸੂਮ ਛੋਟੇ ਬੱਚੇ ਵੀ ਉਹਦੇ ਕੋਲ ਹੁੰਦੇ ਨੇ ਤੇ ਉਹ ਪਿੱਟ ਰਹੇ ਹੁੰਦੇ ਨੇ, ਲੇਕਿਨ ਇਹਨੂੰ ਭੁਰਾ ਵੀ ਤਰਸ ਨਹੀਂ ਆਉਂਦਾ ਹੈਗਾ। ਉਹਦਾ ਗਲਾ ਕੱਟ ਕੇ ਤੇ ਬਾਹਰੋਂ ਫਿਰ ਜਾਣ ਲੱਗਾ ਕੁੰਡੀ ਲਾ ਜਾਂਦਾ और दो मासूम बच्चे अंदर रोंदे हुंदे ने ते उहदी मुकम्मल तफसीलात के उस जेठ ने अपने भरा दी बीवी नूं यानी ਉਹਦੀ ਭਾਬੀ ਲੱਗੀ ਉਹਨੂੰ ਕਿਉਂ ਮਾਰਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ ਲਾਹੌਰ ਗ੍ਰੀਨ ਟਾਊਨ ਦੇ ਵਿੱਚ 27 ਅਪ੍ਰੈਲ ਨੂੰ ਪੇਸ਼ ਆਇਆ। ਇੱਥੇ ਦੋ ਫੈਮਲੀਆਂ ਰਹਿੰਦੀਆਂ ਨੇ। ਇੱਕ ਫੈਮਲੀ ਆ ਜਿਹੜੀ ਕਤਲ ਹੋਣੇ ਵਾਲੀ ਮੁਕੱਦਸ, ਦੂਸਰੀ ਫੈਮਲੀ ਆ ਇਹਦਾ ਸ਼ੌਹਰ ਜਿਹੜਾ ਫੈਜ਼ हैदर ਆ। फैज़ हैदर दी फैमिली दे विच ये 7 भैन भरा ने। 4 भैणां जड़ियां शादीशुदा ने, अपने अपने घर ने, और ये 3 भरा ने। एक दा नाम फैज़ हैदर आ, एक दा नाम रिजवान आ, एक तीसरा भरा इन्हां दा, और तीनों भरा शादीशुदा ने। ते दूसरी तरफ मुकद्दस आ, उहदी फैमिली भी उत्थे ग्रीन टाउन दे विच ही रहिंदी आ। ਹੁਣ ਇਹ ਫੈਜ਼ ਹੈਦਰ ਹੋਣਾ ਦਾ ਆਪਣਾ ਮਕਾਨ ਸੀ ਤੇ ਜਿਹੜੀ ਮੁਕੱਦਸ ਆ ਇਹਦੀ ਫੈਮਿਲੀ ਜਿਹੜੇ ਵਾਲदैन ਨੇ ਉਹ ਕਿਰਾਏ ਦੇ ਮਕਾਨ ਦੇ ਉੱਤੇ ਰਹਿੰਦੇ ਸੀ। ਜਿਸ ਵੇਲੇ ਮੁਕੱਦਸ ਜਵਾਨ ਹੋਈ, ਫੈਜ਼ ਹੈਦਰ ਦੀ ਔਰ ਮੁਕੱਦਸ ਦੀ आपस ਵਿੱਚ ਸੈਟਿੰਗ ਹੋ ਜਾਂਦੀ ਆ। ਫਿਰ ਇਹ ਦੋਨੋਂ ਜਿਹੜੇ ਨੇ ਬਾਹਰ ਜਾ ਕੇ ਇੱਕ ਦੂਜੇ ਨੂੰ ਮਿਲਦੇ, ਗੱਪਸ਼ਪ ਲਾਉਂਦੇ। ਹੌਲੀ ਹੌਲੀ ਇਹ ਗੱਪਸ਼ਪ ਜਿਹੜੀ ਪਿਆਰ ਮੁਹੱਬਤ ਦੇ ਵਿੱਚ ਤਬਦੀਲ ਹੋ ਗਈ। ਹੁਣ ਫੈਜ਼ ਹੈਦਰ ਤੇ ਮੁਕੱਦਸ ਕਹਿੰਦੇ ਨੇ ਦੋਨੋਂ ਕਿ ਆਪਾਂ ਹੁਣ ਸ਼ਾਦੀ ਕਰ ਲਈਏ, ਆਪਣੇ ਘਰਦਿਆਂ ਨਾਲ ਗੱਲ ਕਰੀਏ। ਇਹਨਾਂ ਦੋਨਾਂ ਨੇ ਆਪਣੇ ਘਰਦਿਆਂ ਦੇ ਨਾਲ ਗੱਲ ਕੀਤੀ। ਦੋਨੋਂ ਘਰਾਂ ਦੇ ਜਿਹੜੇ ਅਫਰਾਦ ਨੇ ਇਕੱਠੇ ਹੋ ਕੇ ਬੈਠੇ ਔਰ ਰਿਸ਼ਤਾ ਤੈਅ ਹੋ ਗਿਆ। ਅੱਜ ਤੋਂ 5 ਸਾਲ ਪਹਿਲੋਂ ਮੁਕੱਦਸ ਔਰ फैज़ हैदर दी शादी हो गई। शादी इस तरह हुई कि लोग तां बरात लैके जाते ने और गड्डियां दे विच, पजारावां दे विच, कारां दे विच अपनी दुल्हन नूं लैके आंदे ने। लेकिन ये मुकद्दस चूंकि दरवाज़ा आमने सामने सी, एक दरवाजे चों निकली दूसरे दरवाजे दे विच वड़ गई। ते इस तरह अज तो 5 साल पहलों इन्हां दी शादी हुई। अल्लाह तआला ने इन्हां 5 सालां दे विच इन्हां नूं 2 बच्चे दिते, जिहदे विच सब तो बड़ी बेटी, उस तो छोटा एक बेटा। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਵਕਤ ਗੁਜ਼ਰਦਾ ਗਿਆ ਤੇ ਵਕਤ ਦੇ ਨਾਲ ਨਾਲ ਇਹ ਸਾਰੇ ਫੈਜ਼ ਹੈਦਰ ਹੋਣੀ ਭਰਾ ਜਿਹੜੇ ਨੇ ਅਲੱਗ-ਅਲੱਗ ਹੋ ਗਏ ਔਰ ਇਹਨੇ ਵੀ ਇੱਕ ਮਕਾਨ ਜਿਹੜਾ ਕਿਰਾਏ ਤੇ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਜਿਹੜਾ ਸੀ ਫੈਜ਼ ਹੈਦਰ, ਇਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਇਹਦੇ 2 ਭਰਾ ਜਿਹੜੇ ਉਹ ਅਲੱਗਾ ਰਹਿੰਦੇ ਸੀ। ਇਹਦਾ ਇੱਕ ਭਰਾ ਜਿਹਦਾ ਨਾਮ ਰਿਜ਼ਵਾਨ ਹੈਦਰ ਜੀ ਨੇ ਇਹਦੀ ਬੀਵੀ ਨੂੰ ਮਾਰਿਆ, ਉਹ ਨਸ਼ੇ ਦਾ ਆਦੀ ਹੋ ਜਾਂਦਾ, ਨਸ਼ਈ ਬਣ ਜਾਂਦਾ ਔਰ ਉਹਦਾ ਬਹਿਣ ਉੱਠਣ ਜਿਹੜਾ ਗਲਤ ਲੋਕਾਂ ਦੇ ਵਿੱਚ ਹੋ ਜਾਂਦਾ। ਉਸ ਤੋਂ ਬਾਅਦ ਰਿਜ਼ਵਾਨ ਹੈਦਰ ਦੀ ਔਰ ਇਹਦੀ ਬੀਵੀ ਦਾ ਹਮੇਸ਼ਾ ਲੜਾਈ ਝਗੜਾ ਕਰ ਰਹਿੰਦਾ ਸੀ, ਕਿਉਂਕਿ ਨਸ਼ਈ ਆਦਮੀ ਜਿਹੜਾ ਉਹ ਸਾਰਾ ਪੈਸਾ ਨਸ਼ੇ ਦੇ ਵਿੱਚ ਉਜਾੜ ਦਿੰਦਾ, ਘਰ ਖਰਚਾ ਨਹੀਂ ਦਿੰਦਾ ਹੈਗਾ, ਜਿਹਦੀ ਵਜ੍ਹਾ ਨਾਲ ਇਹਦੀ ਬੇਗਮ ਦੇ ਨਾਲ ਇਹਦੀ ਲੜਾਈ ਚੱਲਦੀ ਰਹਿੰਦੀ ਸੀ। ਔਰ ਇੱਕ ਦਿਨ ਐਸਾ ਵਕਤ ਆਇਆ ਕਿ ਰਿਜ਼ਵਾਨ ਹੈਦਰ ਦੀ ਬੀਵੀ ਜਿਹੜੀ ਆ ਉਹ ਲੜ ਝਗੜ ਕੇ ਤੇ ਆਪਣੇ ਪੇਕਿਆਂ ਦੇ ਚਲੇ ਜਾਂਦੀ ਆ। ਉਸ ਤੋਂ ਬਾਅਦ ਰਿਜ਼ਵਾਨ ਹੈਦਰ ਜਿਹੜਾ ਉਹ ਕੱਲਾ ਰਹਿ ਗਿਆ। ਉਹਨੇ ਹੁਣ ਇਹਦਾ ਮਕਾਨ ਜਿਹੜਾ ਸੀ ਉਹ ਵੀ ਕਿਰਾਏ ਦੇ ਉੱਤੇ ਸੀ ਤੇ ਕਿਰਾਏਦਾਰ ਕਹਿਣ ਲੱਗਾ, ਭਾਈ ਮੇਰਾ ਮਕਾਨ ਖਾਲੀ ਕਰ ਜਾਂ ਕਿਰਾਇਆ ਦੇ ਜਾਂ ਜੋ ਵੀ ਕਰਨਾ। ਖੈਰ ਇਹ ਮਕਾਨ ਖਾਲੀ ਕਰ ਦਿੰਦਾ। ਉਸ ਤੋਂ ਬਾਅਦ ਇਹ ਆਪਣੀਆਂ ਭੈਣਾਂ 4 ਜਿਹੜੀਆਂ ਸ਼ਾਦੀशुदा ਹੁੰਦੀਆਂ ਨੇ ਉਹਨਾਂ ਦੇ ਕੋਲ ਜਾਂਦਾ। ਕੱਲੀ ਕੱਲੀ ਭੈਣ ਨੂੰ ਜਾ ਕੇ ਕਹਿੰਦਾ ਕਿ ਮੈਨੂੰ ਆਪਣੇ ਕੋਲ ਰੱਖ ਲਓ, ਮੈਨੂੰ ਆਪਣੇ ਕੋਲ ਰੱਖ ਲਓ। 4 ਭੈਣਾਂ ਨੇ ਹੱਥ ਜੋੜ ਕੇ ਇਹਦੇ ਅੱਗੇ ਮਾਫੀ ਮੰਗੀ ਔਰ ਇਹਨੂੰ ਕਿਹਾ ਕਿ ਸਾਡੀ ਜਾਨ ਛੱਡ, ਸਾਡਾ ਹੱਸਦਾ ਵਸਦਾ ਘਰ ਜਿਹੜਾ ਤੂੰ ਉਜਾੜ ਨਾ ਦੇਈਂ, ਤੂੰ ਤਾਂ ਨਸ਼ਈ ਆਦਮੀ ਆ ਤੇ ਤੇਰੀ ਮਿਹਰਬਾਨੀ ਹੈ ਤੇ ਤੂੰ ਇਦੋਂ ਸਿਰ ਲੈ ਜਾ। ਇਹ ਵਾਪਸ ਆ ਜਾਂਦਾ। ਉਸ ਤੋਂ ਬਾਅਦ ਸੋਚਦਾ ਕਿ ਮੈਂ ਹੁਣ ਕੀ ਕਰਾਂ। ਜਿਹੜਾ ਨਸ਼ਈ ਬੰਦਾ ਹੋਵੇ ਉਹਦਾ ਝਾਲੂ ਵੀ ਫਿਰ ਕੋਈ ਨਹੀਂ ਬਣਦਾ ਹੈਗਾ। ਫਿਰ ਇਹ ਆਪਣੇ ਭਰਾ ਕੋਲ ਆਂਦਾ ਆ, फैज़ हैदर को आके कहता, भाई जान ਤੁਹਾਨੂੰ ਪਤਾ ਮੇਰੀ बीवी ਜਿਹੜੀ ਆ नाराज होके चले गई आ ते मैं दर बदर ठोकरां खा रहा ते मेहरबानी मैनू अपने कोल रख ला।
ਜਿਹੜਾ ਨਸ਼ਈ ਬੰਦਾ ਹੋਵੇ ਉਹਦਾ ਝਾਲੂ ਵੀ ਫਿਰ ਕੋਈ ਨਹੀਂ ਬਣਦਾ ਹੈਗਾ। ਫਿਰ ਇਹ ਆਪਣੇ ਭਰਾ ਕੋਲ ਆਂਦਾ ਆ ਫੈਜ਼ ਹੈਦਰ ਕੋ, ਆ ਕੇ ਕਹਿੰਦਾ ਭਾਈ ਜਾਨ ਤੁਹਾਨੂੰ ਪਤਾ ਮੇਰੀ ਬੀਵੀ ਜਿਹੜੀ ਆ ਉਹ ਨਾਰਾਜ਼ ਹੋ ਕੇ ਚਲੇ ਗਈ ਆ ਤੇ ਮੈਂ ਦਰ ਬਦਰ ਠੋਕਰਾਂ ਖਾ ਰਿਹਾ ਤੇ ਮਿਹਰਬਾਨੀ ਮੈਨੂੰ ਆਪਣੇ ਕੋਲ ਰੱਖ ਲਾ। ਹੁਣ ਭਰਾ ਜਿਹੜਾ ਇਹਦਾ ਆ ਫੈਜ਼ ਹੈਦਰ ਇਹਨੂੰ ਸਮਝਾਉਂਦਾ ਆ ਕਿ ਤੂੰ ਨਸ਼ਾ ਛੱਡ ਦੇ और जाके अपनी बीवी ਨੂੰ ਲੈ ਕੇ ਆ, ਆਪਣਾ ਕੰਮ ਕਰ और एक किराए ਤੇ मकान ਲੈ ਤੇ अपनी बीवी ਨੂੰ ਉੱਥੇ ਰੱਖ। ਤੇ ਇਹ ਕਹਿੰਦਾ ਕਿ ਚਲੋ ਤੂੰ ਮੈਨੂੰ ਥੋੜੀ ਜਿਹੀ ਦੇਰ ਇੱਥੇ ਆਸਰਾ ਦੇ, ਮੈਂ ਫਿਰ ਨੌਕਰੀ ਕਰਦਾ ਤੇ ਜਾ ਕੇ ਫਿਰ ਆਪਣੀ बीवी ਨੂੰ ਕੁਝ ਟਾਈਮ ਬਾਅਦ ਲੈ ਆਵਾਂਗਾ। ਉਹਨੇ ਕਿਹਾ ਠੀਕ ਆ, ਮੈਂ ਇੱਕ ਸ਼ਰਤ ਤੇ ਤੈਨੂੰ ਰੱਖਾਂਗਾ ਕਿ ਅਗਰ ਤੂੰ ਨਸ਼ਾ ਛੱਡ ਦੇਂਗਾ। ਇਹਨੇ ਕਿਹਾ ਠੀਕ ਆ, ਮੈਂ ਨਸ਼ਾ ਛੱਡ ਦਾਂਗਾ। ਉਸ ਤੋਂ ਬਾਅਦ ਰਿਜ਼ਵਾਨ ਹੈਦਰ ਜਿਹੜਾ ਇਸ ਘਰ ਦੇ ਵਿੱਚ ਆਪਣੇ ਭਰਾ ਦੇ ਨਾਲ ਫੈਜ਼ ਹੈਦਰ ਦੇ ਨਾਲ ਰਹਿਣ ਲੱਗ ਪੈਂਦਾ। ਇਸ ਘਰ ਦੇ ਵਿੱਚ ਉਹਦੀ बीवी ਮੁਕੱਦਸ और 2 ਬੱਚੇ ਵੀ ਰਹਿ ਰਹੇ ਹੁੰਦੇ ਨੇ। ਹੁਣ ਜਿਹੜਾ ਇਹ ਰਿਜ਼ਵਾਨ हैदर बाहरों नशा करके आंदा आके ते सो जाता। इस तरह टाइम गुजरता गया। एक दिन उहदे भरा ने वेख्या कि बहुत ज़्यादा नशे दे विच आ ते उहने जरा इहनूं खिंचिया खुचिया। उहने कहा कि ये नशा तू छड़ दे या मेरा घर छड़ दे। ये कहता कि नहीं भाई जान मैं छड़ देंगा। इस तरह फिलहाल इन्हें उहनूं मुतमिन कर लिया। उस तो बाद की हुंदा कि 27 अप्रैल ਨੂੰ ਰਾਤ ਨੂੰ 8 ਵਜੇ ਇਹ ਜਿਹੜਾ ਜੇਠ ਆ ਰਿਜ਼ਵਾਨ ਹੈਦਰ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੁੰਦਾ, ਐਸ ਪੀਤੀ ਹੁੰਦੀ ਆ ਔਰ ਇਹਨੂੰ ਕੋਈ ਪਤਾ ਨਹੀਂ ਹੁੰਦਾ ਕਿ ਮੈਂ ਕੀ ਕਰਨਾ। ਰਾਤ ਨੂੰ 8 ਵਜੇ ਜਿਸ ਵੇਲੇ ਘਰ ਆਂਦਾ, ਉਹ ਜਿਹੜਾ ਫੈਜ਼ ਹੈਦਰ ਇਹਦਾ ਭਰਾ ਆ ਮੁਕੱਦਸ ਦਾ ਸ਼ੋਹਰ, ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ, ਉਹ ਬਾਹਰ ਗਿਆ ਹੁੰਦਾ ਤੇ ਜਿਸ ਵੇਲੇ ਘਰ ਆਂਦਾ ਆ ਕੇ ਇਹ ਆਪਣੀ ਭਾਬੀ ਨੂੰ ਖਿੱਚਦਾ, ਕਿਚਨ ਦੇ ਵਿੱਚ ਜਿਹੜਾ ਖਾਣਾ ਬਣਾ ਰਹੀ ਹੁੰਦੀ ਹੈ ਖਿੱਚ ਕੇ ਤੇ ਅੰਦਰ ਕਮਰੇ ਦੇ ਵਿੱਚ ਲੈ ਜਾਂਦਾ। ਉਹਦੇ ਨਾਲ ਜ਼ਿਆਦਤੀ ਕਰਨੇ ਦੀ ਕੋਸ਼ਿਸ਼ ਕਰਦਾ, ਲੇਕਿਨ ਉਹ ਅੱਗੋਂ ਮੁਜ਼ਾਹਮਤ ਕਰਦੀ ਆ। ਇਹਨਾਂ ਦੇ ਦਰਮਿਆਨ ਉੱਥੇ ਝਗੜਾ ਹੁੰਦਾ ਆ। ਇਹ ਕੀ ਕਰਦਾ, ਗੁੱਸੇ ਦੇ ਵਿੱਚ ਉੱਠਦਾ, ਕਿਚਨ ਦੇ ਵਿੱਚ ਜਾਂਦਾ ਔਰ ਕਿਚਨ ਦੇ ਵਿੱਚੋਂ ਇੱਕ ਛੁਰੀ ਚੁੱਕਦਾ। ਛੁਰੀ ਚੁੱਕ ਕੇ ਆਪਣੀ ਭਾਬੀ ਦਾ ਗਲਾ ਜਿਹੜਾ ਉਹ ਮੁਬੱਯਨਾ ਤੌਰ ਤੇ ਕੱਟ ਦਿੰਦਾ। ਜਿਸ ਵੇਲੇ ਕੱਟ ਦਿੰਦਾ ਉਹ ਖੂਨ ਦੇ ਵਿੱਚ ਲੱਤ-ਪੱਤ ਹੋ ਜਾਂਦੀ ਆ। ਖੂਨੋ ਖੂਨ ਹੋ ਜਾਂਦੀ, ਕਮਰਾ ਖੂਨ ਦੇ ਨਾਲ ਭਰ ਜਾਂਦਾ। ਉਹ ਜਿਹੜੇ 2 ਮਾਸੂਮ ਬੱਚੇ ਹੁੰਦੇ ਨੇ ਉਹ ਰੋ ਰਹੇ ਹੁੰਦੇ ਨੇ। ਉਸ ਤੋਂ ਬਾਅਦ ਇਹ ਕੀ ਕਰਦਾ ਕਿ ਬਾਹਰ ਨਿਕਲਦਾ, ਬਾਹਰ ਨਿਕਲ ਕੇ ਬਾਹਰੋਂ ਕੁੰਡੀ ਲਾ ਕੇ ਤਾਲਾ ਮਾਰ ਜਾਂਦਾ। ਜਿਸ ਵੇਲੇ ਭਰਾ ਰਾਤ ਨੂੰ ਵਾਪਸ ਆਂਦਾ, फैज हैदर जिदी बीवी मुकद्दस नूं मारिया, और देखदा घर ताला लगा ते देखदा कि अंदरों बच्चों की रोने दियां आवाज़ां आ रहीआं। ये गवांढियां दा दरवाज़ा खड़कांदा, उन्हां कोलों थोड़ी लैंदा, लैके ते ओह ताला जिहड़ा आ बाहर लगा उहनूं तोड़दा। जो ही अंदर वड़दा, जिस वेले वेखदा ਉਹਦੇ ਹੋਸ਼ ਉੱਡ ਜਾਂਦੇ ਨੇ ਕਿ ਕਮਰਾ ਖੂਨੋ ਖੂਨ ਹੋਏ ਆ ਤੇ बीवी ਜਿਹੜੀ ਆ ਮਰੀ ਪਈ ਆ ਤੇ ਬੱਚੇ ਰੋਣ ਡਏ ਨੇ ਤੇ ਇਹ ਘਬਰਾ ਜਾਂਦਾ। ਫਿਰ ਉਥੋਂ 15 ਤੇ ਕਾਲ ਕਰਦਾ ਪੁਲਿਸ ਨੂੰ। ਪੁਲਿਸ ਜਿਹੜੀ ਆ ਥਾਣਾ ਗ੍ਰੀਨ ਟਾਊਨ ਦੀ ਮੌਕੇ ਤੇ ਪਹੁੰਚ ਜਾਂਦੀ ਆ ਔਰ ਪਹੁੰਚ ਕੇ ਤੇ ਮੌਕੇ ਤੇ ਜਿਸ ਵੇਲੇ ਸ਼ਵਾਹਿਦ ਇਕੱਠੇ ਕਰਦੀ ਆ, ਪਤਾ ਲੱਗਦਾ ਪੁਲਿਸ ਜਿਹੜੀ ਆ ਫਿਰ ਆਂਢੀਆਂ ਗੁਆਂਢੀਆਂ ਕੋਲੋਂ ਪੁੱਛਦੀ ਆ ਕਿ ਇੱਥੇ ਕੌਣ ਆਇਆ, ਕਿਉਂ ਨਿਕਲਿਆ ਇਸ ਘਰ ਦੇ ਵਿੱਚੋਂ। ਪਤਾ ਲੱਗਾ ਗਵਾਂਢੀਆਂ ਨੇ ਦੱਸਿਆ ਕਿ ਇਹਦਾ ਬੜਾ ਭਰਾ ਜਿਹੜਾ ਆ ਰਿਜ਼ਵਾਨ ਹੈਦਰ ਇਸ ਘਰ ਦੇ ਵਿੱਚੋਂ ਨਿਕਲਿਆ, ਉਹ ਤਾਲਾ ਲਗਾ ਰਿਹਾ ਸੀ। ਪੁਲਿਸ ਨੇ ਫਿਰ ਬਸ ਉਹਦੀ ਲੋਕੇਸ਼ਨ ਤੋਂ ਟਰੇਸ ਕਰਕੇ ਉਹਨੂੰ ਚੁੱਕਿਆ, ਚੁੱਕ ਕੇ ਪਕੜ ਲਿਆ ਔਰ ਫਿਰ ਮੁਕੱਦਸ ਦੇ घर भी इतला दे दी गई। मुकद्दस दे घरों उहदा वालिद मुहम्मद अकरम आ गया और मुहम्मद अकरम दी मुदैयत दे विच फिर 302 दा एक परचा नामजद रिजवान हैदर दे उत्ते दर्ज किया गया। और हुण उन्हां 2 बच्चों का की बनेगा जिन्हां दी मां नूं मार दिता गया। ਇਹ ਸੀ ਅੱਜ ਦਾ ਵੀਲਾਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਇਸ ਦੇ ਬਾਰੇ ਦੇ ਵਿੱਚ ਤੁਸੀਂ ਆਪਣੇ ਖਿਆਲਾਂ ਦਾ ਇਜ਼ਹਾਰ ਜ਼ਰੂਰ ਕਰਨਾ और नाल यूट्यूब चैनल ਨੂੰ सबसक्राइब, लाइक और शेयर ज़रूर कर देना। अगर ये वीडियो तुसी फेसबुक पेज ते देख रहे हो तो फेसबुक पेज ਨੂੰ फॉलो ज़रूर कर लेना। अल्लाह ताला सब ते रहमत फरमाए। अस्सलामु अलैकुम व रहमतुल्लाहि व बरकातहू।